हाँ जी, सत श्री अकाल राजे सारिਆਂ ਨੂੰ। ਤੇ ਆਪਾਂ ਅਸਾਈਨਮੈਂਟ ਨੰਬਰ 4th +2 ਦੀ ਕਰਨ ਲੱਗੇ ਆ ਤੇ ਉਹਦੇ ਚ ਮੇਰਾ ਬੇਸਿਕ ਜੋ ਮੋਟਿਵ ਹੈ ਇਹਨੂੰ ਕੈਲਕੂਲੇਸ਼ਨ ਨੂੰ ਸਮਝਾਉਣ ਦਾ ਹੈਗਾ। ਠੀਕ ਆ, ਕਨਸੈਪਟ ਦੇ ਲੈਕਚਰਸ ਅਲੱਗ ਲੱਗਣਗੇ। ਇਹ ਹੋਮਵਰਕ ਤੋਂ ਰਿਲੇਟਡ ਤੁਹਾਡਾ ਵੀਡੀਓ ਹੈਗੀ ਆ। ਤਾਂ ਆਪਾਂ ਟਾਈਮ ਨਾ ਖਰਾਬ ਕਰਦੇ ਪਹਿਲਾਂ ਕੁਐਸਚਨ ਕਰਦੇ ਹਾਂ। ਕੁਐਸਚਨ ਨੰਬਰ ਫਸਟ, ਠੀਕ ਹੈ ਰਾਜੇ। ਕੁਐਸਚਨ ਨੰਬਰ ਫਸਟ ਕੀ ਕਹਿ ਰਿਹਾ ਹੈਗਾ, ਕਹਿੰਦਾ ਐਕਸ ਐਂਡ ਵਾਈ। ਦੇਖੋ ਐਕਸ ਤੇ ਵਾਈ ਕਹਿੰਦਾ ਦੋ ਪਾਰਟਨਰਸ ਆ ਇਨ ਅ ਫਰਮ। ठीक है, उन्होंने जो रेशो हैगी आ वो हैगी 3:2। देखो एक्स ते वाई पार्टनर्स आ, रेशो हैगी 3:2। एक्स ने कमीशन नू एंटाइटल कीता गा, वो कहना मैं कमीशन लऊंगा तो कितना कमीशन ते एग्रीमेंट होएगा 10% ऑफ द नैट प्रॉफिट। 10% ऑफ द नैट प्रॉफिट। ठीक है, तो राजे वो कह रहेगा कि देखो एक्स एंड वाई आर पार्टनर्स एंड एक्स गेट अ कमीशन 10% of the net profit and net profit is 80,000. net profit is 80,000. so I think देखो जो भी आप परसेंटेज कैलकुलेट करते हैं तो परसेंटेज कैलकुलेट करने ਲਈ ਮੈਨੂੰ ਕੀ ਚਾਹੀਦਾ ਹੁੰਦਾਗਾ ਕਿ ਮੈਂ ਜਿਸ ਵੈਲਿਊ ਦਾ 10% ਕਰਨਾਗਾ ਮੈਨੂੰ ਉਹ ਵੈਲਿਊ ਚਾਹੀਦੀ ਹੁੰਦੀ ਆ। ਬਸ ਅਗਰ ਕਮਿਸ਼ਨ ਦੇ ਵਿੱਚ ਜਦੋਂ ਵੀ ਆਪਣੇ ਨਾਲ ਐਗਜ਼ਾਮੀਨਰ ਖੇਡੂਗਾ ਨਾ ਉਹ ਇਸੇ ਚੀਜ਼ ਤੇ ਰਾਜੇ ਖੇਡੂਗਾ, ਜਾਂ ਤਾਂ ਉਹ ਆਪਾਂ ਨੂੰ ਵੈਲਿਊ ਨਹੀਂ ਦਊਗਾ ਜਾਂ ਉਹ ਵੈਲਿਊ ਦਾ ਕੋਈ ਰਿਲੇਸ਼ਨ ਦਊਗਾ ਤੇ ਉੱਥੋਂ ਆਪਾਂ ਵੈਲਿਊ ਲੱਭਣੀ ਹੋਊਗੀ। ਤਾਂ ਇਹਦਾ ਬਹੁਤ ਫਲੈਟ ਕੁਐਸਚਨ ਆ ਤੇ ਐਕਸ ਨੂੰ ਕਮਿਸ਼ਨ ਮਿਲ ਜੂਗਾ। ਕਿੰਨਾ ਕਮਿਸ਼ਨ ਮਿਲ ਜੂਗਾ ਐਕਸ ਨੂੰ ਰਾਜੇ? 80,000 ਦਾ 10%। 80,000 ਦਾ 10%, ਤਾਂ ਇਹ ਹੋ ਗਿਆ ਰਾਜੇ ਆਪਣੇ ਕੋਲੇ 8,000। ਠੀਕ ਆ। ਨਾਓ ਸੈਕੰਡ ਕੁਐਸਚਨ। ਸੈਕੰਡ ਕੁਐਸਚਨ ਚ ਕਹਿ ਰਿਹਾ ਏ ਐਂਡ ਬੀ ਆਰ ਪਾਰਟਨਰਸ। ਠੀਕ ਆ, ਏ ਐਂਡ ਬੀ ਆਰ ਪਾਰਟਨਰਸ ਸ਼ੇਅਰਿੰਗ ਪ੍ਰੋਫਿਟ ਲॉस ਇਕੁਅਲ। ਜਿਹੜੀ ਰੇਸ਼ੋ ਹੈ ਦੇਖੋ ਏ ਤੇ ਵੀ ਪਾਰਟਨਰ ਆ ਤੇ ਰੇਸ਼ੋ ਹੈਗੀ ਆ ਇਕੁਅਲ 1:1। ਠੀਕ ਆ, ਐਂਡ ਬੀ ਇਜ਼ ਐਂਟਾਈਟਲਡ ਅ ਕਮਿਸ਼ਨ। B is entitled a commission of 10%. B ਨੂੰ ਕਮਿਸ਼ਨ ਮਿਲੂਗਾ 10% on the net profit. ਠੀਕ ਆ, on the net profit after charging such commission. ठीक है, and the profit is the net profit is 1,32,000. now देखो दोनों क्वेश्चन पहला डिफरेंस समझने की कोशिश करते हैं। एक्स एंड वाई पार्टनर आ ਤੇ ਰੇਸ਼ੋ ਹੈਗੀ 3:2 ਐਂਡ ਐਕਸ ਗੈਟ ਅ ਕਮਿਸ਼ਨ 10% ਔਨ ਦ ਨੈਟ ਪ੍ਰੋਫਿਟ ਐਂਡ ਨੈਟ ਪ੍ਰੋਫਿਟ ਇਜ਼ 80,000। ਤਾਂ 8,000 ਉਹ ਕਮਿਸ਼ਨ ਲੈ ਲੂਗਾ। A and B ਕੀ ਕਹਿ ਰਿਹਾ? A and B are partner, ratio 1:1 and B is entitled a commission of 10% on the net profit after charging such commission. ਤਾਂ ਆਪਾਂ +1 ਦੇ ਵਿੱਚ ਇਸ ਚੀਜ਼ ਨੂੰ ਬੜੇ ਈਜ਼ੀ ਤਰੀਕੇ ਨਾਲ ਯਾਦ ਕਰਦੇ ਹਾਂ ਕਿ ਜਦੋਂ ਵੀ ਆਪਾਂ ਇਹੋ ਜਿਹਾ ਕੁਐਸਚਨ ਕਰਨਾ ਹੋਵੇ ਬੇਟਾ, ਜਿਹੜੀ ਤੁਹਾਨੂੰ ਅਮਾਊਂਟ 1,32,000 ਗਿਵਨ ਆ ਇੰਟੂ 10% ਦੇਣਾ ਤਾਂ 10/110, ਤਾਂ ਆਪਣੇ ਕੋਲੇ ਕਿੰਨਾ ਆਨਸਰ ਆ ਜਾਊਗਾ? 12,000। ਠੀਕ ਆ, ਆਈ ਥਿੰਕ ਇਹ ਆਪਣੇ ਸਭ ਨੇ +1 ਚ ਪੜਿਆ ਹੋਇਆਗਾ। ਤਾਂ ਆਪਾਂ ਨੂੰ ਕਿਵੇਂ ਸਿਖਾਇਆ ਜਾਂਦਾਗਾ ਕਿ ਜਦੋਂ ਵੀ ਆਫਟਰ ਵਰਡ ਆ ਜੇ, ਆਫਟਰ ਸੱਚ ਕਮਿਸ਼ਨ ਆ ਜੇ, ਵਰਡ ਆਫਟਰ ਮੈਨੇਜਰ ਕਮਿਸ਼ਨ ਆ ਜੇ। +1 ਚ ਆਈ ਥਿੰਕ ਆਫਟਰ ਮੈਨੇਜਰ ਕਮਿਸ਼ਨ ਹੁੰਦਾ ਸੀ। ਤਾਂ ਜਿੰਨਾ ਤੁਹਾਡੇ ਕੋਲ ਪਰਸੈਂਟੇਜ ਆ ਉੱਪਰ ਲਿਖ ਲਓ 100+%। ਮੰਨ ਲਓ ਉਰੇ 8 ਹੁੰਦਾ ਤਾਂ 8/108, 5 ਹੁੰਦਾ 5/105, 6 ਹੁੰਦਾ 6/106, 7 ਹੁੰਦਾ 7/107। ਠੀਕ ਆ, ਤਾਂ ਆਪਣੇ ਕੋਲ 12,000 ਆ ਗਿਆ। ਠੀਕ ਆ, ਆਪਾਂ ਇਹਨੂੰ ਇਸ ਤਰੀਕੇ ਨਾਲ ਸਾਰੇ ਸਟੂਡੈਂਟਸ ਕ੍ਰੈਮ ਕਰ ਲੈਂਦੇ ਆ। ਬਟ ਮੈਂ ਇਹ ਲੈਕਚਰ ਇਹ ਕੈਲਕੂਲੇਸ਼ਨਸ ਨੂੰ ਕ੍ਰੈਮ ਕਰਨ ਲਈ ਨਹੀਂ ਲਾ ਰਿਹਾ। ਮੈਂ ਬੇਸਿਕਲੀ ਇਹ ਲੈਕਚਰ ਤਾਂ ਲਾ ਰਿਹਾ ਕਿ ਆਪਾਂ ਨੂੰ ਇਹ ਟੌਪਿਕ ਸਮਝ ਆ ਸਕੇ ਕਿ ਆਪਾਂ ਐਂ ਕਿਉਂ ਕਰਦੇ ਹਾਂ। ਤਾਂ ਫਸਟ ਆਫ ਆਲ ਇਹਨੂੰ ਸਮਝਣ ਲਈ ਥੋੜਾ ਜਿਹਾ ਦਿਮਾਗ ਲਾਉਣਾ ਪਊਗਾ, ਥੋੜਾ ਜਿਹਾ ਕਨਫਿਊਜ਼ ਵੀ ਹੋਣਾ ਪਊਗਾ ਤੇ ਐਂਡ ਆਫ ਦ ਡੇ ਲੈਕਚਰ ਸਮਝ ਆ ਜਾਊਗਾ। ਨਹੀਂ ਆਇਆ ਤਾਂ ਦੈਨ ਯੂ ਕਾਲ ਮੀ। ਠੀਕ ਹੈ, ਦੇਖੋ ਰਾਜੀ ਹੁਣ ਦੇਖੋ ਪਹਿਲਾਂ ਆ ਦੋਨੇ ਕੁਐਸਚਨ ਡਿਫਰੈਂਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ। ਕਹਿੰਦੇ ਐਕਸ ਨੂੰ ਕਮਿਸ਼ਨ ਮਿਲੂਗਾ 10% ਆਫ ਦਾ ਨੈਟ ਪ੍ਰੋਫਿਟ। ਠੀਕ ਆ, ਤਾਂ ਪ੍ਰੋਫਿਟ ਇਜ਼ ਗਿਵਨ 80,000, ਮੈਂ ਉਹਦਾ 10% ਕਰ ਲਿਆ। ਠੀਕ ਆ, ਇਹਨੂੰ ਸਮਝਣ ਲਈ ਆਪਾਂ ਨੂੰ ਪਰਸੈਂਟੇਜ ਦੇ ਕਨਸੈਪਟ ਨੂੰ ਬਹੁਤ ਸਮਝਣਾ ਪਊਗਾ। ਮੈਂ ਪਹਿਲੇ ਕੁਐਸਚਨ ਚ ਕੀ ਕੀਤਾ, 80,000 ਮੇਰੇ ਕੋਲੇ ਪ੍ਰੋਫਿਟ ਸੀ। ਪਰਸੈਂਟੇਜ ਦਾ ਮਤਲਬ ਕੀ ਹੁੰਦਾਗਾ? ਕਿਸੇ ਵੈਲਿਊ ਨੂੰ 100 ਇਕੁਅਲ ਪਾਰਟਸ ਵਿੱਚ ਡਿਵਾਈਡ ਕਰਨਾ।
मैं डिवाइड बाय 100 करता एंड मल्टीप्लाई बाय 10 करता ਤਾਂ ਮੇਰੇ ਕੋਲ ਇੱਕ ਪਾਰਟ ਦੀ ਵੈਲਿਊ ਆ ਗਈ 800 ਤਾਂ ਮੈਂ 10 ਨਾਲ ਮਲਟੀਪਲਾਈ ਕਰਦਾ ਮੇਰੇ ਕੋਲ ਆਨਸਰ ਆ ਗਿਆ ਫਸਟ ਕੁਐਸਚਨ ਦਾ 8000 ਹੁਣ ਮੈਂ ਇਹਨੂੰ ਅਗਰ ਪੰਜਾਬੀ ਦੇ ਵਿੱਚ ਸਿੰਪਲ ਲੈਂਗੁਏਜ ਵਿੱਚ ਕਹਾਂ ਤਾਂ ਮੈਂ ਮੇਰੇ ਕੋਲ ਇੱਕ ਵੈਲਿਊ ਸੀ ਮੈਂ ਇਹਨੂੰ 100 ਨਾਲ ਡਿਵਾਈਡ ਕੀਤਾ ਉਹਦੇ ਨਾਲ ਕੀ ਹੋਇਆ 100 ਨਾਲ ਡਿਵਾਈਡ ਕਰਨ ਦੇ ਨਾਲ ਕੀ ਹੋਊਗਾ ਕਿ ਉਹਨੂੰ ਮੈਂ 100 ਇਕੁਅਲ ਪਾਰਟਸ ਵਿੱਚ ਡਿਵਾਈਡ ਕਰਤਾ ਜਦੋਂ ਮੈਂ ਉਸ ਚੀਜ਼ ਨੂੰ 100 ਇਕੁਅਲ ਪਾਰਟਸ ਵਿੱਚ ਡਿਵਾਈਡ ਕਰਤਾ ਤਾਂ ਉਹਦੇ 1 ਪਾਰਟ ਦੀ ਵੈਲਿਊ ਕਿੰਨੀ ਆ ਗਈ 800 ਆ ਗਈ ਪਰ ਮੈਨੂੰ ਕਿੰਨਾ ਕਮਿਸ਼ਨ ਚਾਹੀਦਾ ਸੀ 10% ਮੈਂ 10 ਨਾਲ ਮਲਟੀਪਲਾਈ ਕਰਦਾ ਤਾਂ ਮੇਰੇ ਪਹਿਲੇ ਕੁਐਸਚਨ ਦਾ ਆਨਸਰ ਆ ਗਿਆ ਸੀ ਰਾਜੇ 8000 ਨਾਓ ਹੁਣ ਇਸ ਚੀਜ਼ ਨੂੰ ਸਮਝਣ ਇਸ ਕੁਐਸਚਨ ਹੁਣ ਤੁਸੀਂ ਕਹੋ ਸਿਰਫ ਇਸ ਕੁਐਸਚਨ 'ਚ ਵੀ ਐਂ ਕਰ ਦਿੰਦੇ ਯਾਰ ਇਸ ਕੁਐਸਚਨ 'ਚ ਆਪਾਂ ਐਂ ਨਹੀਂ ਕਰ ਸਕਦੇ ਕਿਉਂਕਿ ਲਿਖਿਆ ਕੀ ਆ B is entitled commission of 10% B ਨੂੰ ਕਮਿਸ਼ਨ ਦੇਣਾ 10% on the net profit after such commission ਜਾਂ after charging ਲਿਖ ਲਓ after charging such commission ਜਾਂ after such commission मतलब ਕੀ ਆ ਮੈਂ net profit ਦਾ 10% ਨਹੀਂ ਦੇਣਾ ਤਾਂ ਮੈਂ ਕਿਸ ਦਾ 10% ਦੇਣਾਗਾ ਹੁਣ ਸਮਝੋ net profit minus B commission उस वैल्यू का 10% करना मैं तो इक्वल टू B कमीशन देखो थोड़ा उलझ गए होंगे है ना देखो यही तो गेम है एग्जामिनर दी B कमीशन ही फाइंड आउट करनागा ते ओ कहंदा यानी इस फिर लाइन का मतलब की बना B कमीशन मैं तुहानू समझाउणा ओ कह रहा हैगा 1,32,000 का 10% नहीं करना एक्चुअल इस लाइन का मतलब की हुंदा मैं समझाउणा इस लाइन का एक्चुअल मतलब की हुंदागा ओ कहंदागा उस वैल्यू का 10% करो जिन्हों मैं जो उहदे विच जोड़ा यानी मान फॉर एग्जाम्पल मेरे को वैल्यू है x मैं x का 10% किया तो x प्लस x इंटू सॉरी मैं आए लिख देना तुहानू समझ आ जाऊगा हाँ कि मान लो मैं जिस वैल्यू का 10% करना सी फर्स्ट ऑफ ऑल ये मान के चलो कि मेरे वैल्यू नहीं पता ठीक है तो मैं वो वैल्यू मान ली x मैं उसका 10% किया इक्वल टू 132,000 आई थिंक तुहानू थोड़ा जिहा मतलब समझ आया होगा नहीं हुआ तो मैं हुण मैं पंजाबी च कन्वर्ट करदा वो कहंदा उस वैल्यू का 10% करो जेड़ी वैल्यू का जो मैं 10% करा तो उन्होंने जोड़ा इक्वल टू 1,32,000 वो एदा 10% करन नूं नहीं कह रहा मैनू वो कह रहा उस वैल्यू का 10% करो आफ्टर चार्जिंग सच कमीशन मतलब ये है कि मैं उस वैल्यू का जो 10% करा तो दोनों को जोड़ा इक्वल टू 132,000 हो जाए समझ आया तो हुण मेरे को उस वैल्यू मैं x मान लिया जो उहदे मैं कमीशन ऐड करूँगा इक्वल टू 1,32,000 तो हुण देखो की हो जाऊगा 100x प्लस 10x अपॉन राजे 100 इक्वल टू 1,32,000 तो मेरे को कितना हो गया 110 अपॉन 100 x इक्वल टू 1,32,000 राजे तो मेरे को x की वैल्यू कितनी आ गई 1,32,000 इंटू 100 अपॉन 110 मेरे को कितना आंसर आ गया 12,000 हम देख ओ सॉरी 1,20,000 सॉरी 1,20,000 तो जो मेरे को 1,20,000 आंसर आ गया एदा 10% करो 12,000 जोड़ो 132,000 ਹੁਣ ਆਪਾਂ ਇਹਨੂੰ ਹੋਰ ਡੀਪ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਮੈਨੂੰ ਪਤਾ ਤੁਸੀਂ ਕਨਫਿਊਜ਼ ਹੋਏ ਹੋਵੋਗੇ ਤੁਹਾਨੂੰ ਸਮਝ ਨਹੀਂ ਆਇਆ ਹੋਗਾ ਮੈਂ ਹੋਰ ਟਰਾਈ ਕਰਦਾ ਮੈਂ ਤਾਂ ਬੈਸਟ ਟਰਾਈ ਕਰਨ ਦੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸਮਝ ਆ ਜਾਏ ਠੀਕ ਆ ਦੇਖੋ ਹੁਣ ਆਪਾਂ ਇਸ ਗੱਲ ਨੂੰ ਹੋਰ ਤਰੀਕੇ ਨਾਲ ਸਮਝਦੇ ਹਾਂ ਦੇਖੋ ਪਹਿਲਾਂ ਫॉर एग्जांपल ਮੈਂ ਇੱਕ ਅਮਾਉਂਟ ਆ ਠੀਕ ਆ ਉਹਦਾ 10% ਕਰਨਾਗਾ ਠੀਕ ਆ ਉਹ ਅਮਾਉਂਟ ਨੂੰ ਮੈਂ ਲੈਟ ਕਰ ਲੈਣਾ ਲੈਟ ਦਾ ਅਮਾਉਂਟ ਇਜ਼ x समझ आ गया तो हुण इस गल नूं दुबारे समझो अगर मैं वो दोने वैल्यूज नूं जोड़ दूंगा x प्लस 10x अपॉन 100 नूं जोड़ दूंगा तो मेरे को एक नवी अमाउंट आ जाऊगी वो अमाउंट x नालों वड्डी होगी दिमाग लाओ जो मैं इन्हां दोनों नूं जोड़ूंगा तो वो अमाउंट x नालों वड्डी होगी क्योंकि मैं x का 10% ऐड कीतागा वड्डी होगी कितनी वड्डी होगी हाँ सोचो सोचो सुनो सोचो मेरे कहना देखो सोचो हाँ कितनी वड्डी होगी 10% ऐड करता ना आप एक्स च ठीक है
x% ਆਪਾਂ ਦਾ ਇਕੁਅਲ ਟੂ 132,000 1,32,000। ਨਾਓ ਇਹਦਾ ਹੁਣ ਮਤਲਬ ਕੀ ਰਾਜੇ, ਦੇਖੋ ਮੈਂ ਦੁਬਾਰਾ ਸਮਝਾਉਣਾ। ਇਹਦਾ ਮਤਲਬ ਮੈਂ ਜਿਸ ਵੈਲਿਊ ਦਾ 10% ਕਰਨਾ ਸੀ ਉਸ ਵੈਲਿਊ ਨਾਲੋਂ ਇਹ ਵੈਲਿਊ 10% ਅਪ ਆ। ਹਾਂ ਵੈਰੀ ਗੁੱਡ, ਸਮਝ ਆਇਆ ਥੋੜਾ ਜਿਹਾ। ਜਿਹੜੀ ਵੈਲਿਊ ਦਾ ਮੈਂ 10% ਕਰਨਾ ਸੀ ਇਹ ਵੈਲਿਊ ਉਹਦੇ ਨਾਲੋਂ 10% ਅਪ ਆ। ਜਦੋਂ ਉਹ ਵੈਲਿਊ 10% ਅਪ ਆ ਤਾਂ ਅਗਰ ਮੈਂ ਇਹਦੇ 100 ਪਾਰਟ ਕਰਨੇ ਸੀਗੇ ਤਾਂ ਹੁਣ ਮੈਂ ਇਹਦੇ 1,32,000 ਦੇ 110 ਪਾਰਟ ਕਰੂੰਗਾ, ਮੈਂ 110 ਪਾर्ट करूंगा क्योंकि 10% अप आ। इस करके आप टीचर कहते हैं बेटा जोड़ दो, उसमें ऐड है। समझ आया कुछ? अगर मैं पहला देखो परसेंटेज का मतलब क्या, किसी चीज़ के इक्वल 100 पार्ट करने। हुण जिहड़ी चीज़ दे मैं 100 पार्ट करने सी वो तो मैनू गिवन नहीं, मैनू वो वैल्यू गिवन आ, वो वैल्यू गिवन आ जिहदे विच ਉਹਦਾ 10% ਪਾਰਟ ਐਡ ਆਨ ਹੋ ਕੇ ਗਿਵਨ ਆ। ਮੈਨੂੰ ਜਿਹੜੀ ਵੈਲਿਊ ਗਿਵਨ ਆ ਇਹਦੇ ਵਿੱਚ ਉਹ ਵੈਲਿਊ ਦਾ 10% ਐਡ ਹੋਣ ਤੋਂ ਬਾਅਦ ਗਿਵਨ ਆ। ਤਾਂ ਇਹਦਾ ਮਤਲਬ ਅਗਰ ਮੈਂ ਉਸ ਵੈਲਿਊ ਦੇ 100 ਪਾਰਟ ਕਰਦਾ ਤਾਂ ਇਸ ਵੈਲਿਊ ਦੇ ਕਿੰਨੇ ਕਰੂੰਗਾ ਮੈਂ 110 ਪਾਰਟ, ਇਕੁਅਲ ਆ ਜਾਣਗੇ ਦੋਨੇ। ਆ ਦੇਖੋ ਆਪਾਂ ਨੂੰ ਵੈਲਿਊ ਕੱਢੀ ਸੀ ਨਾ 1,20,000 ਰਾਜੇ ਅਪਨ 100, ਉਹਦੇ ਆਪਾਂ 100 ਤਾਂ ਇੱਕ ਪਾਰਟ ਦੀ ਵੈਲਿਊ ਕਿੰਨੀ ਸੀ 12,000। ठीक है 12,000। आ चीज़ समझने की कोशिश करो। देखो इस रिलेशन ना बहुत काम आऊगा, अंडर वैल्यूड ओवर वैल्यूड, आप अगे जाके भी ये कॉन्सैप्ट करांगे। तो क्रैम ना करो, इस चीज़ समझो असी की कह रहे हैं। देखो असी की कहने की कोशिश कर रहे हैं राजे, असी एक सिंपल जी गल कहने की कोशिश कर रहे हैं कि जिहड़ी वैल्यू का तुसीं 10% करना सी वो नहीं गिवन। इत्थे लिखा हुआ है ना, देखो B is entitled a commission of 10% on the net profit after charging such commission, कि मैं उस वैल्यू का 10% करना 10% करनागा जिहदा कमीशन प्रॉफिट चो माइनस होवे। मतलब क्या कि दोनों उस वैल्यू ते उस प्रॉफिट दे विच डिफरेंस काहदा हैगा ओनली कमीशन दा, ते कमीशन कितना गा 10%। सोचो ਇਹਦਾ मतलब ਇਹ वैल्यू उस वैल्यू तो 10% ਵੱਡੀ ਆ। ਜਿਹਦਾ मैं 10% करना सी उस वैल्यू तो यह 10% ਵੱਡੀ ਆ। अगर मैं 100 इक्वल पार्ट करने सी ਇਹਦੇ 110 इक्वल पार्ट्स कर दो। अगर मैनू एग्जामिनर कह दिंदा कि ਇਹ वैल्यू उस वैल्यू नालों 8% ਵੱਡੀ आ, मैं जी वो वैल्यू कह रहा ना वो वैल्यू का मतलब ਜਿਹਦਾ मैं 10% 8% करना सी। हुण अगर मैनू यही एग्जामिनर आए कह दे, चलो आए कह दे कि ये वैल्यू उस वैल्यू नालों छोटी आ, आफ्टर मतलब तो हैगा गा कि बड़ी आ। ठीक है, हुण बिफोर का मतलब ऐ नहीं हुंदा कि तुसीं सोच लो। ठीक है, तो 1,32,000 अगर मान लो कि अगर ये वैल्यू छोटी हुंदी, मैं जिस वैल्यू का 10% कर, परसेंटेज में समझना परसेंटेज किवें कैलकुलेट हुंदी है, जिस वैल्यू का मैं 10% करना सीगा अगर ये वैल्यू छोटी हुंदी फिर ये कितना हुंदा 90%। फिर ਇਹਦੇ में किन्ने पार्ट करदा अपॉन 90। अगर ये वैल्यू छोटी हुंदी उस वैल्यू नालों जिसका मैं 20% करना सी तो ਇਹਦੇ में किन्ने पार्ट करदा 80 पार्ट करदा। मैनू आए करदा 1,32,000 अपॉन 80 जो लभणागा मान लो 20% इंटू मल्टीप्लाई बाय 20। गल नूं समझो राजे इस चीज़ नूं कि जिहड़ी वैल्यू अपने को जो यानी जिस वैल्यू का एक्चुअल च की आ, ऐ समझो कि आ मान लो एक्स आ, मैं इस वैल्यू का 10% करना सी, बट नाउ मैन्यू जो वैल्यू गिवन आ इदू प्लस गिवन आ वैल्यू 1,32,000। ठीक है, ओके, यानी कि मैनू बड़ी वैल्यू गिवन आ। अगर मैं इस चीज़ के 100 पार्ट करके उन्होंने 10 नाल मल्टीप्लाई करना सी तो ये उदू बड़ी वैल्यू है ना, तो ये कितनी बड़ी है 10%, तो 110 इंटू 10 कर लो। हुण मान लो एक कोई वैल्यू गिवन होवे आपां नूं क्वेश्चन दे विच 1,10,000 ते एग्जामिनर आपां नूं लिख दे, ठीक है, कि आपां नूं आ गिवन होवे ते कह दे मैं जिस वैल्यू का 15% करना सी वो आ वैल्यू आ, मैं जिस वैल्यू का 15% करना सीगा
ठीक है ना, जिस वैल्यू का 15% करना सी वो तो गिवन नहीं, उदों एक छोटी वैल्यू गिवन आ, तो ਇਹਦਾ मतलब है इस वैल्यू नालों कितनी छोटी आ, 15% छोटी आ, तो डिवाइड बाय 85 मल्टीप्लाई 15 ਤੁਹਾਡਾ आंसर आ जाऊगा। देखो आंसर इस चीज ਦੇ 15% ਦਾ ਆਊਗਾ, पर मैं क्यों, क्योंकि मैं देख ਇਹਦੇ ਕਿੰਨੇ ਇਕੁਅਲ ਪਾਰਟਸ ਕਰ ਰਹੇ 85, ਇਹਨੂੰ ਵੈਸੇ ਹੀ ਸਮਝ ਲਓ ਰਾਜੇ, ਲਾਈਫ ਲਈ ਤੁਹਾਨੂੰ ਸੌਖਾ ਰਹੂਗਾ ਹਮੇਸ਼ਾ ਲਈ। ਸੋਚੋ ਮੈਂ ਕੀ ਕਰ ਰਿਹਾ, ਚਲੋ ਮੈਂ ਹੋਰ ਐਗਜ਼ਾਮਪਲ ਦਿੰਨਾਗਾ, ਤੁਸੀਂ ਹੋਰ ਸਮਝਣ ਦੀ ਕੋਸ਼ਿਸ਼ ਕਰਿਓ ਬੜੇ ਸਿੰਪਲ ਤਰੀਕੇ ਨਾਲ। ਮੰਨ ਲਓ ਫॉर ਐਗਜ਼ਾਮਪਲ ਮੇਰੇ ਕੋਲ ਇੱਕ ਵੈਲਿਊ x ਆ, ਇਹ ਅਸਲ 'ਚ ਪਰਸੈਂਟੇਜ ਦੇ ਕੁਐਸਚਨ 8ਵੀਂ 9ਵੀਂ ਵਾਲੇ, ਠੀਕ ਆ, ਇਹਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰਿਓ। ਮੰਨ ਲਓ ਮੈਨੂੰ ਐਗਜ਼ਾਮੀਨਰ ਕਹਿੰਦਾ ਮੈਂ ਇਸ ਵੈਲਿਊ ਦਾ 10% ਕਰਨਾ, 12% ਕਰਨਾ, ਇਸ ਵੈਲਿਊ ਦਾ ਕਿੰਨਾ ਕਰਨਾ 20%, ਬਟ ਇਹ ਗਿਵਨ ਨਹੀਂ, ਮੈਨੂੰ ਕਹਿੰਦਾ ਇੱਕ ਵੈਲਿਊ ਗਿਵਨ ਆ 1,40,000, ਠੀਕ ਆ, ਓਕੇ। ਹੁਣ ਇਹ 1,40,000 ਫਸਟ ਆਫ ਆਲ ਡਿਸਾਈਡ ਕਰੋ ਉਹ ਇਹ x ਤੋਂ ਵੱਡੀ ਆ ਕਿ x ਤੋਂ ਛੋਟੀ ਆ, ठीक है। हुण मैं कह दिनागा यह वड्डी वैल्यू आ, आफ्टर का मतलब ये होंदा पुत वड्डी वैल्यू आ, उहदे लई किते होर डीप लैक्चर लावांगे, एक बारी समझ लो, ठीक है। ये वड्डी वैल्यू आ, मैं पूछा कितनी वड्डी आ, वो कहता x तो 12% वड्डी आ, यानी x दे मैं कितने पार्ट करने सी 100, तो इहदे मैं कितने पार्ट करूंगा 112 मल्टीप्लाई बाय 12, मेरा आंसर आ जाऊगा। ਹੁਣ अगर मैंने दसो 90,000 फॉर एग्जाम्पल, मैं वैसी कोई रैंडमली वैल्यू चक ली, वो कहना मैं जिस वैल्यू का 10% जब मान लो 16% करना सी, कितना करना सी 16% या 15 ला लेने, चलो 20 ला लेने, कहना जिस वैल्यू का 20% करना सी वो नहीं गिवन, पर उदों एक छोटी वैल्यू गिवन आ, तो मैं 20% मेरा मोटिव 20% फाइंड आउट करांदा ना। ਹੁਣ ਬੱਚੇ ਕੀ ਕਰਦੇ, ਇਹਨੂੰ 100 ਨਾਲ ਡਿਵਾਈਡ ਕਰਦੇ, ਨਹੀਂ ਇਹ ਵੈਲਿਊ ਉਹ ਵੈਲਿਊ ਨਹੀਂ ਹੈਗੀ ਜਿਹਦਾ ਮੈਂ 10% ਕਰਨਾਗਾ, ਇਹ ਵੈਲਿਊ ਉਸ ਵੈਲਿਊ ਤੋਂ 20% ਛੋਟੀ ਆ ਜਾਂ 10% ਛੋਟੀ ਆ, ਤਾਂ ਡਿਵਾਈਡ ਬਾय, ਅਗਰ 20% ਛੋਟੀ ਡਿਵਾਈਡ ਬਾय 80, ਅਗਰ ਇਹ 10% ਛੋਟੀ ਡਿਵਾਈਡ ਬਾय 90, ਬਸ ਇਹ ਚੀਜ਼ ਨੂੰ ਸਮਝੋ ਰਾਜੇ। आई थिंक ਤੁਹਾਨੂੰ ਸਮਝ ਆ ਗਿਆ ਹੋਗਾ, ਤਾਂ नहीं समझ आया होगा तो मैनू कॉल कर लो पर्सनली, मैं समझा दूंगा राजे, ठीक है। आई थिंक आफ्टर वाला कॉन्सैप्ट मैं काफ़ी ट्राई की है, मैं बेस्ट ट्राई किया कि सोनू समझ आ जाए, बट एंड ऑफ द डे अगर नहीं समझ आया तो अजे मैं दस दो, मैं फिर अगेन वीडियो बना दूंगा, क्योंकि आप सारे क्वारंटाइन तो होए हुए एक हिसाब नाल सारे दे सारे, तो करोना च वैसे कोई काम भी है नहीं गा, तो वेले वीडियो बनावांगे, ठीक है राजे, दस दो, ओके ना राजे। नेक्स्ट क्वेश्चन, उम्मीद करना समझ आ गया होगा, नहीं समझ आया कॉल मी, ओके। चलो नेक्स्ट क्वेश्चन, वो कहना विक्की एंड हर्ष आर पार्टनर, अपने कोले विक्की ते हर्ष पार्टनर आ, ठीक है, विक्की ते हर्ष पार्टनर आ, कहना क्वेश्चन नंबर 3, विक्की ते हर्ष पार्टनर आ, शेयरिंग प्रॉफिट इन द रेशियो 3:1, द पार्टनरशिप डीड प्रोवाइड दैट विक्की इज एंटाइटल्ड टू अ कमीशन ऑफ 10% ऑफ नेट प्रॉफिट, ठीक है। हुण देखो विक्की एंड हर्ष ये दो पार्टनर आ, ते दोनों नू कमीशन मिलूगा 10% ऑफ द नेट प्रॉफिट। हर्ष हैड एडवांस एन अमाउंट ऑफ 1 लाख एज अ लोन टू द पार्टनरशिप फर्म, ठीक है। आई थिंक विक्की एंड हर्ष राजे पार्टनर आ, ते इन्हों 10% कमीशन मिलूगा ऑन नेट प्रॉफिट। आई थिंक नेट प्रॉफिट का एग्जामिनर दे ही दूंगा, है ना, ऑन नेट प्रॉफिट, ठीक है। हर्ष हैड एडवांस एन अमाउंट ऑफ लोन 1 लाख, हर्ष ने फर्म ਨੂੰ ਲੋਨ ਦਿੱਤਾ 1 ਲੱਖ, ठीक है, एज अ लोन टू द पार्टनर फर्म, द ईयर फर्म अर्न अ प्रॉफिट ऑफ 60,000, कैलकुलेट द अमाउंट ऑफ कमीशन। वाह, ये हमारी टीम ना क्वेश्चन थोड़े से टेढ़े मेढ़े डाल देती है। नाउ राजे क्वेश्चन तो मैंने समझ आ गया, वो कहते अपने को प्रॉफिट हैगा 60,000, तो हर्ष ने एडवांस किया होया लोन, एडवांस दिता होया फर्म नूं, तो सोनू सारी टीम बुद्धू बनाने की कोशिश कर रही, पर तुसीं बुद्धू नहीं बनना। हुण कई जवाक ना चक के 10% कर देंगे, 60,000 6,000 सर जी, 6,000 कमीशन जी, 6,000 कमीशन, वो नहीं नहीं, सबर रखो, मैं दसदा किवें। तो सुनो ध्यान नाल, क्योंकि हर्ष ने फर्म नूं लोन दिता गा, ठीक है, जो हर्ष ने फर्म नूं लोन दिता गा राजे, ठीक है, हर्ष ने फर्म नूं लोन दिता गा 1 लाख,
ਇਟ ਮੀਨ ਇਹ ਆਪਣੇ ਕੋਲੇ ਐਕਚੁਅਲ ਨੈਟ ਪ੍ਰੋਫਿਟ ਨਹੀਂ ਹੈਗਾ। ਫਸਟ ਆਫ ਆਲ ਡਿਡਕਟ ਦਾ ਇੰਟਰਸਟ ਔਨ ਲੋਨ, ਠੀਕ ਆ, ਤਾਂ ਕਿੰਨਾ 6% ਰਾਜੇ 1 ਲੱਖ ਉਤੇ, ਤਾਂ ਕਿੰਨਾ ਆ ਜਾਊਗਾ 6000 ਰਾਜੇ ਸਬਟਰੈਕਟ ਕਰੋ ਤਾਂ ਮੇਰੇ ਕੋਲੇ ਕਿੰਨਾ ਬਚ ਗਿਆ 54000। ਇਹਦਾ ਮਤਲਬ ਮੇਰੇ ਕੋਲੇ ਪ੍ਰੋਫਿਟ ਕਿੰਨਾ ਗਾ 54000। ਯਾਨੀ ਇਹਦਾ ਮਤਲਬ ਕੀ ਆ, ਪਹਿਲਾਂ ਤੁਹਾਡੇ ਸਾਰੇ ਐਕਸਪੈਂਸਿਸ ਮਾਈਨਸ ਹੋਣੇ ਚਾਹੀਦੇ ਆ, ਸਾਰੇ ਐਕਸਪੈਂਸਿਸ ਮਾਈਨਸ ਹੋਣੇ ਚਾਹੀਦੇ। ਐਕਸਪੈਂਸਿਸ ਮਤਲਬ ਜੋ ਫਰਮ ਨੇ ਖਰਚੇ ਜੋ ਵੀ ਬੀਅਰ ਕਰਨੇ ਆ, ਕਿਉਂਕਿ ਪ੍ਰੋਫਿਟ ਲਾਸ ਨੈਟ ਪ੍ਰੋਫਿਟ ਤੋਂ ਹੈ ਨਾ, ਜੋ ਤੁਸੀਂ ਪ੍ਰੋਫਿਟ ਵੰਡਣਾ ਗਾ ਐਜ਼ ਪਰ ਡੀਡ, ਜੋ ਤੁਸੀਂ ਪ੍ਰੋਫਿਟ ਵੰਡਣਾ ਗਾ ਐਜ਼ ਪਰ ਡੀਡ, ਜੋ ਡੀਡ ਦੇ ਵਿੱਚ ਲਿਖਿਆ ਹੋਇਆ ਉਹ ਦੇਣਾ। ਉਹ ਦੇਣ ਤੋਂ ਪਹਿਲਾਂ ਸਾਰੇ ਐਕਸਪੈਂਸਿਸ ਮਾਈਨਸ ਕਰ ਲਓ ਨਾ। ਦੇਖੋ ਬਹੁਤ ਸੌਖੀ ਗੱਲ ਆ, ਦਿਮਾਗ ਨਾਲ ਸੁਣੋਗੇ ਸਮਝ ਆਊਗਾ। ਮੈਂ ਸਾਰੇ ਖਰਚੇ ਮਾਈਨਸ ਕਰ ਲਓ ਨਾ, ਜਿਹੜੇ ਆਪਾਂ ਦੇਣੇ ਆ, ਜਿਹੜੇ ਆਪਾਂ ਦੇਣੇ ਸਾਰੇ ਖਰਚੇ ਮਾਈਨਸ ਕਰ ਲਓ ਰਾਜੇ, ਜਿਹੜੇ ਆਪਾਂ ਡੀਡ ਦੇ ਅਕੋਰਡਿੰਗ ਦੇਣੇ ਆ ਬਸ ਉਹ ਰਹਿ ਜਾਣ ਇਕੱਲੇ। ਇੰਟਰਸਟ ਔਨ ਲੋਨ ਮਾਈਨਸ ਕਰਨ ਵਾਲਾ ਪਿਆ ਸੀ, ਮੈਂ ਕਰਤਾ, ਮੇਰੇ ਕੋਲ 54000 ਦੇਣ ਦਾ 10% ਕਰ ਲਓ ਕਮਿਸ਼ਨ। ਹੁਣ ਇੱਥੇ ਇਹਦਾ ਗਿਵਨ ਹੀ ਹੈ, ਇਹਦਾ 10% ਕਰਨਾ ਤਾਂ ਕਰ ਲਓ ਬਸ। 5400 ਇਜ਼ ਯੂਰ ਆਂਸਰ। ਨਾਓ ਰਾਜੇ ਕੁਐਸਚਨ ਨੰਬਰ 4th। ਹੁਣ ਇੱਥੇ ਕਹਿ ਰਿਹਾ ਵਿਸ਼ਾਲ ਐਂਡ ਮੋਹਿਤ ਆਰ ਪਾਰਟਨਰ। ਆਪਣੇ ਕੋਲੇ ਵਿਸ਼ਾਲ ਤੇ ਵਿਸ਼ਾਲ ਐਂਡ ਮੋਹਿਤ, ਰਾਜੇ ਰਾਈਟਿੰਗ ਮੇਰੀ ਐਸੀ ਵੈਸੀ ਹੈ, ਠੀਕ ਆ। ਵਿਸ਼ਾਲ ਐਂਡ ਮੋਹਿਤ ਆਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਲਾਸ ਇਕੁਅਲ, ਠੀਕ ਆ ਜੀ। ਐਜ਼ ਪਰ ਪਾਰਟਨਰਸ਼ਿਪ ਡੀਡ Vishal is entitled to a salary of 10,000 per month together with a commission of 10% of net profit after deducting partner salary, ठीक आ। विशाल कहता जी मैनू तो कमीशन चाहिए, तो कंडीशन देखो बाई जी की की आ, कहता मैनू उस वैल्यू ते 10% चाहिए, पहला नैट प्रॉफिट चों माइनस पार्टनर सैलरी दोनों की, बोथ लिख देना, ठीक है। लिखा होया एग्जाम क्वेश्चन दे विच, कहना उस वैल्यू का 10%, कोई नहीं जी उसका 10% कर देंगे, नो इशू। चलो जी आई थिंक विशाल का कमीशन हो गया। आई थिंक आपां नूं जिवें कितना भी प्रॉफिट गिवन होवे तुसीं ईजीली मैनेज कर लोगे उन्होंने, है ना, क्योंकि तुहानूं समझ आ गया। तो ठीक है, ਤੇ ਜਿਵੇਂ ਹੁਣ ਇਹਦੇ 'ਚ ਲਿਖਿਆ ਹੈ ਵਿਸ਼ਾਲ ਇਜ਼ ਐਂਟਾਈਟਲਡ ਟੂ ਅ ਕਮਿਸ਼ਨ, ਸੌਰੀ ਵਿਸ਼ਾਲ ਇਜ਼ ਐਂਟਾਈਟਲਡ ਟੂ ਅ ਸੈਲਰੀ ਆਫ 10,000 ਪਰ ਮੰਥ ਟੂਗੈਦਰ with a commission of 10% of net profit after deducting partner salaries. Mohit is entitled a salary of rupees 60,000 per annum। यानी कि विशाल लऊगा सैलरी आज नैट प्रॉफिट अपने को मान लो नैट प्रॉफिट जिन्ना भी होया, मैं बाला कैलकुलेशन च नहीं पाऊंगा, वो सौखा क्वेश्चन आ। नैट प्रॉफिट माइनस पार्टनर सैलरी, विशाल की सैलरी कितनी है 12,000 इंटू 10, ठीक है, तो ये कितना बन जूगा 1,20,000 राजे, ठीक है, प्लस अपने को 60,000 की सैलरी आ दूसरे पार्टनर मोहित की, दोनों ऐड कर दें आप तो कितना बन जूगा 1,80,000। ये माइनस करन तो बाद नैट प्रॉफिट चो वो कहना मैनू ਇਹਦਾ 10% दे दिओ, तो बड़ा सौखा काम मंगया ने। ओके, तो मैं प्रॉफिट भी लिख देना 4 लाख। चलो आप क्वेश्चन ही कर लें यार, आप बिले तो है, ठीक है। 4 लाख राजे, ओके 4 लाख आ गया, तो मेरे को 4 लाख चो 1,80,000 माइनस किया तो मेरे को कितना बच जूगा 2,20,000 राजे इंटू 10%, तो राजे मेरे को कितना आ गया, ये आ गया 22,000। ओके जी, चलो 22,000 विशाल नूं कमीशन मिल जूगा। हुण मेरे दूसरे भाई साहब जो मोहित आ वो कहते हैं मोहित इज एंटाइटल्ड टू अ सैलरी ऑफ ₹60,000 टूगैदर विद अ कमीशन ऑफ 10%। ਇਹਨਾਂ ਨੂੰ ਵੀ 10% ਕਮਿਸ਼ਨ ਚਾਹੀਦਾ। ਹੁਣ ਦੇਖੋ ਇਹਦੀ ਲਾਈਨ ਮੈਂ ਤੁਹਾਨੂੰ ਧਿਆਨ ਨਾਲ ਪੜ੍ਹਦਾ ਤੇ ਉਹਦੀ ਲਾਈਨ 'ਚ ਕੀ ਫਰਕ ਸੀਗਾ। ਇਹ ਬਾਈ ਜੀ ਕਹਿ ਰਿਹਾ ਕਮਿਸ਼ਨ ਆਫ 10% ਆਫ ਨੈਟ ਪ੍ਰੋਫਿਟ ਆਫਟਰ ਡਿਡਕਟਿੰਗ ਆਲ ਕਮਿਸ਼ਨਸ। ਚਲੋ ਜੀ ਹੁਣ ਇਹਦੀ ਆਪਾਂ ਲਿਸਟ ਬਣਾਉਣੇ ਆ। देखो मोहित जो कमीशन मांग रहे हैं ना राजे, मोहित जो कमीशन मांग रहे हो बिल्कुल सेम है देखो, नेट प्रॉफिट माइनस पार्टनर सैलरी राजे एंड माइनस कमीशन, ठीक है, उसका 10% करना, बोथ एंड बोथ पै गया लोचा सेम।
आई थिंक ਤੁਹਾਨੂੰ ਸਭ ਨੂੰ ਇੱਕ ਜਿਹੜਾ ਅਗਰ ਪਿਛਲਾ ਕੁਐਸਚਨ ਬਹੁਤ ਧਿਆਨ ਨਾਲ ਸੁਣਿਆ ਤਾਂ ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਗਾ। ਮੈਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਜੇ ਤੁਹਾਨੂੰ ਵੀ ਹੋ ਗਈ 4 ਲੱਖ ਮਾਈਨਸ 1 ਲੱਖ 80,000 ਮਾਈਨਸ 22,000 ਮਾਈਨਸ ਹੁਣ ਮੋਹਿਤ ਦਾ ਕਮਿਸ਼ਨ ਨਹੀਂ ਪਤਾ ਮੈਨੂੰ, ਉਹਨੂੰ x ਮੰਨ ਲੈਂਦੇ ਹਾਂ। ਪ੍ਰੋਬਲਮ ਕ੍ਰੀਏਟ ਹੋ ਗਈ ਨਾ ਇਨਟੂ 10%। आई थिंक ਤੁਹਾਨੂੰ क्वेश्चन ਹੋਰ समझ आ जाएगा। 4 ਲੱਖ ਚੋਂ 1 ਲੱਖ 80 ਤਾਂ ਕਿੰਨਾ ਬਣ ਗਿਆ ਇਹ 2 ਲੱਖ 20 ਐਂਡ 1 ਲੱਖ 98,000 1 ਲੱਖ 98,000 ਮਾਈਨਸ x ਇੰਟੂ 10/100। ਚਲੋ ਜੀ ਫਸ ਗਏ ਫਿਰ ਆਪਾਂ, ਹੁਣ x ਦੀ ਵੈਲਿਊ ਨਹੀਂ ਪਤਾ, ਪਰ ਆਪਾਂ ਨੂੰ ਇੰਨੀ ਕਲੀਅਰ ਆ ਗੱਲ ਕਿ ਹੁਣ ਦੇਖੋ ਇੱਥੇ ਸਮਝੋ, ਮੈਂ ਉਹ ਲੌਜਿਕ ਫੇਰ ਸਮਝਾਉਂਗਾ, ਸਮਝ ਆ ਜਾਊਗਾ ਹੁਣ ਆਈ ਥਿੰਕ ਤੁਹਾਨੂੰ। ਤਾਂ ਹੁਣ ਮੈਂ ਉਸ ਵੈਲਿਊ ਦਾ 10% ਕਰਨਾਗਾ। ਉਹ ਜਦੋਂ ਮੈਂ ਮੰਨ ਲਓ ਕਿ ਅਗਰ ਉਹ ਵੈਲਿਊ ਕੁਝ ਵੀ ਹੋਵੇ, ਜਦੋਂ ਇਹਦੇ ਚੋਂ ਮਾਈਨਸ ਕਰੂੰਗਾ ਮੈਂ 1,98,000 ਤੋਂ ਇਹ ਵੈਲਿਊ ਰਿਡਿਊਸ ਹੋ ਜੂਗੀ। ਯਾਨੀ ਕਿ ਉਸ ਵੈਲਿਊ ਨੂੰ ਮੈਂ ਇੱਕ ਵਾਰ ਫੋਰ ਐਗਜ਼ਾਮਪਲ ਮੈਂ y ਲੈਟ ਕਰ ਲੈਣਾਗਾ। ਇਹਦਾ ਮਤਲਬ ਜਿਸ ਵੈਲਿਊ ਦਾ ਮੈਂ 10% ਕਰਨਾਗਾ ਉਹ y ਆ। ਹੁਣ y ਤੇ 1,98,000 ਦੇ ਵਿੱਚ ਕੰਪੈਰੀਜ਼ਨ ਦੇਖੋ ਕੀ ਆ। y ਛੋਟਾ ਹੈਗਾ ਕਿ ਵੱਡਾ ਹੋਊਗਾ? ਛੋਟਾ ਹੋਊਗਾ। ਵੈਰੀ ਗੁੱਡ, y ਛੋਟਾ ਹੈਗਾ। ਠੀਕ ਆ, ਕਿਤੋਂ 1,98,000 ਤੋਂ। ਇਜ਼ ਇਟ ਕਲੀਅਰ? y ਛੋਟਾ ਗਾ 1,90,000 ਕਿਉਂਕਿ ਜਦੋਂ ਦੇਖੋ ਕਮਿਸ਼ਨ ਮਾਈਨਸ ਹੋਏ ਵੈਲਿਊ ਹੋਰ ਰਿਡਿਊਸ ਹੋ ਜੂਗੀ ਨਾ, ਰਿਡਿਊਸ ਹੋ ਜੂਗੀ ਵੈਲਿਊ। ਵੈਰੀ ਗੁੱਡ, ਰਿਡਿਊਸ ਹੋ ਜੂਗੀ ਕਿਉਂਕਿ ਉਹਦੀ ਕੰਡੀਸ਼ਨ ਹੀ ਇਹ ਹੈ ਕਿ ਮੇਰਾ ਆਪਦਾ ਕਮਿਸ਼ਨ ਵੀ ਜਿਹਦਾ ਮਾਈਨਸ ਹੋਵੇ ਉਸ ਵੈਲਿਊ ਦਾ 10% ਕਰਕੇ ਮੈਂ ਕਮਿਸ਼ਨ ਲੈਣਾਗਾ। ਠੀਕ ਆ, ਤਾਂ ਇਹ ਤਰ੍ਹਾਂ ਜੇ ਪਾਰਟਨਰਸ਼ਿਪ ਡੀਡ ਆ। ਠੀਕ ਆ, ਉਹਨੇ ਫਲੈਟ ਮੰਗਿਆ ਸੀ, ਫਲੈਟ ਦੇਤਾ, ਇਹਨੇ ਇਹਦੀ ਕੰਡੀਸ਼ਨ ਹੋਰ ਆ ਕੁਝ। ਪਰ ਮੇਨ ਕੁਐਸਚਨ ਤਾਂ ਆਪਣਾ ਇਹ ਨਾ ਆਪਾਂ ਕੈਲਕੂਲੇਟ ਕਰਨਾ ਸਿੱਖਣਾਗਾ। ਤਾਂ ਹੁਣ ਚਲੋ ਫਿਰ ਬਣਾਓ ਲਿੰਕ। ਇਹਦਾ ਮਤਲਬ ਮੈਂ ਇਸ ਵੈਲਿਊ ਦਾ 10% ਕਰਨਾ ਸੀ ਤੇ ਇਹ ਵੈਲਿਊ, ਹਾਂ ਮੈਂ ਇਸ ਵੈਲਿਊ ਦਾ 10% ਕਰਨਾ ਸੀਗਾ। ਇਹਦਾ ਮੈਂ 10% ਕਰਨਾ ਸੀ ਨਾ ਇੰਟੂ 10/100। ਪਰ ਇਹ ਵੈਲਿਊ ਤਾਂ ਆਹ ਵਾਲੀ ਵੈਲਿਊ ਤਾਂ ਵੱਡੀ ਆ। ਕਿੰਨੀ ਵੱਡੀ ਆ? ਕਿੰਨੀ ਵੱਡੀ ਆ ਰਾਜੇ? 10%। ਤਾਂ ਇਸ ਵੈਲਿਊ ਦਾ ਕਿੰਨਾ ਕਰ ਦੋ 1,98,000 upon 110 into 10। ਆਂਸਰ ਆ ਜਾਊਗਾ। ਸਮਝ ਆਇਆ? ਜਿਹੜੀ ਵੈਲਿਊ ਦਾ ਮੈਂ 10% ਕਰਨਾ ਸੀ ਤੇ ਜੋ ਮੈਨੂੰ ਗਿਵਨ ਆ, ਹੁਣ ਮੈਨੂੰ 1,98,000 ਤੱਕ ਗਿਵਨ ਆ। ਹੁਣ ਦੱਸੋ ਇਹ ਵੈਲਿਊ ਵੱਡੀ ਹੈ ਨਾ ਇਸ ਦੇ ਨਾਲੋਂ? ਕਿੰਨੀ ਵੱਡੀ ਹੈ? 10% ਨਾ। 10% ਦਾ ਗੈਪ ਆ ਨਾ, ਦੇਖੋ ਇਹਦੇ ਵਿੱਚ ਆਪਸ ਚ ਕਿੰਨੇ ਦਾ ਗੈਪ ਆ? 10% ਦਾ ਗੈਪ ਆ ਨਾ। अगर मेरे 100 पार्ट करने से फिर ये कितने पार्ट करूंगा? 110 ना। सो सिंपल, आंसर आ जाऊगा। आई थिंक राजे अपने आई थिंक 4 क्वेश्चन हो गए ते बाकी क्वेश्चन थोड़े टाइम बाद में वीडियो बनाऊंगा। आज लिए नहीं बहुत आ। ठीक है, थैंक यू, सत श्री अकाल।